ਹੈਲੋ ਸਟੂਡੈਂਟਸ, ਅੱਜ ਦੀ ਬਾਇਓਲੋਜੀ ਕਲਾਸ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਮੈਂ ਉਰਮਿਲਾ ਰਾਣੀ, ਬਾਇਓਲੋਜੀ ਲੈਕਚਰਰ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਨਾਰਾਇਣਗੜ੍ਹ, ਡਿਸਟ੍ਰਿਕਟ ਫਤਿਹਗੜ੍ਹ ਸਾਹਿਬ। ਬੇਟਾ ਅੱਜ ਅਸੀਂ +1 ਕਲਾਸ ਦਾ ਚੈਪਟਰ 6 ਐਨਾਟਮੀ ਆਫ ਫਲਾਵਰਿੰਗ ਪਲਾਂਟਸ ਦੇ ਸੰਬੰਧ ਵਿੱਚ ਡਿਸਕਸ ਕਰਾਂਗੇ। ਪਰ ਇਸ ਚੈਪਟਰ ਨੂੰ ਅਸੀਂ ਪੂਰਾ ਨਹੀਂ ਪੜ੍ਹ ਪਾਵਾਂਗੇ। ਉਸ ਦਾ ਟੌਪਿਕ ਹੈ ਦਾ ਟਿਸ਼ੂ ਸਿਸਟਮ, ਅਤੇ ਸਾਡਾ ਲੈਕਚਰ ਇਸੇ ਟੌਪਿਕ ਦੇ ਸੰਬੰਧ ਵਿੱਚ ਹੀ ਹੈ। Students, today we will discuss types of tissues based on the types of cells present. Let us now consider how tissues vary depending on their location in the plant body. Their structure and functions would also be dependent on the location. ਇਸ ਚੈਪਟਰ ਦੇ ਵਿੱਚ ਇਸ ਟੌਪਿਕ ਦੇ ਅੰਡਰ ਅਸੀਂ ਟਿਸ਼ੂ ਦੀਆਂ ਕਿਸਮਾਂ, ਉਹਨਾਂ ਦੀ ਸਟਰਕਚਰ, ਉਹਨਾਂ ਦੇ ਫੰਕਸ਼ਨਸ, ਉਹਨਾਂ ਦੀ ਲੋਕੇਸ਼ਨ ਵਾਈਜ਼ ਕਿਸ ਤਰ੍ਹਾਂ ਵੇਰੀ ਕਰਦੇ ਨੇ, ਉਸ ਦੇ ਸੰਬੰਧ ਵਿੱਚ ਵਿਸਥਾਰਪੂਰਵਕ ਪੜ੍ਹਾਂਗੇ। ਬੇਟਾ tissue system is of 3 types. नंबर 1 एपिडर्मल टिश्यू सिस्टम, नंबर 2 ग्राउंड टिश्यू सिस्टम, नंबर 3 वैस्कुलर टिश्यू सिस्टम। बेटा क्रॉस सैक्शन ऑफ स्टेम ਨੂੰ ਜਦੋਂ ਅਸੀਂ ਸਟੱਡੀ ਕਰਦੇ ਹਾਂ ਤਾਂ ਦੇਖਦੇ ਹਾਂ ਇਸ ਵਿੱਚ ਆਊਟਰ ਮੋਸਟ ਐਪੀਡਰਮਲ ਟਿਸ਼ੂ, ਇਨਰ ਮੋਸਟ ਵੈਸਕੂਲਰ ਟਿਸ਼ੂ ਤੇ ਇਨ ਬਿਟਵੀਨ ਮਤਲਬ ਵੈਸਕੂਲਰ ਟਿਸ਼ੂ ਤੇ ਡਰਮਲ ਟਿਸ਼ੂ ਦੇ ਵਿਚਕਾਰਲੇ ਟਿਸ਼ੂਸ ਨੂੰ ਕੀ ਕਹਾਂਗੇ? ਗਰਾਊਂਡ ਟਿਸ਼ੂ। ਐਪੀਡਰਮਲ ਟਿਸ਼ੂ ਸਿਸਟਮ, it forms the outermost covering of the whole plant body. Epidermal tissue system ਕਿੰਨਾ ਤੋਂ ਮਿਲ ਕੇ ਬਣਦਾ ਹੈ? Epidermal cells, stomata and epidermal appendages। ਹੁਣ ਬੇਟਾ ਅਸੀਂ ਦੇਖਾਂਗੇ ਕਿ ਐਪੀਡਰਮਸ ਕੀ ਹੈ। What is epidermis? Epi means outermost, ਬਾਹਰਲੀ, dermis means skin। The epidermis is the outermost layer of the primary plant body. It is made up of elongated, compactly arranged cells which forms a continuous layer. Epidermis is usually single layered. Epidermal cells are parenchymatous with a small amount of cytoplasm lining in the cell wall and a large ਵੈਕਿਊਲ। ਬੇਟਾ ਇਸ ਡਾਇਗਰਾਮ ਨੂੰ ਤੁਸੀਂ ਧਿਆਨ ਨਾਲ ਦੇਖੋ। ਜੋ ਆਊਟਰ ਮੋਸਟ ਲੇਅਰ ਹੈ ਉੱਪਰਲੀ, ਇਸ ਨੂੰ ਕੀ ਕਹਿੰਦਾ? ਐਪੀਡਰਮਿਸ। ਐਪੀ ਮੀਨਸ ਬਾਹਰਲੀ, ਡਰਮਸ ਮੀਨਸ ਸਕਿਨ, ਜਿਸ ਤਰ੍ਹਾਂ ਅਸੀਂ ਪਹਿਲੇ ਪਿਛਲੀ ਸਲਾਈਡ ਵਿੱਚ ਦੇਖਿਆ। ਹੁਣ ਇਸ ਵਿੱਚ ਤੁਸੀਂ ਦੇਖੋ ਜੋ ਸੈਲਜ਼ ਨੇ ਉਹ ਬਿਲਕੁਲ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਨੇ, ਇਲੋਂਗੇਟਡ ਨੇ, ਲੰਬੇ ਵੀ ਨੇ, ਅਤੇ ਲਗਾਤਾਰ ਇਹ ਇੱਕ ਲੇਅਰ ਬਣਾ ਰਹੇ ਨੇ, ਇਕੱਠੇ ਜੁੜੇ ਹੋਏ ਨੇ। ਮੀਨਸ ਜੋ ਐਪੀਡਰਮਸ ਵਿੱਚ ਸੈਲਸ ਨੇ ਇਲੋਂਗੇਟਡ, ਕੰਪੈਕਟਲੀ ਅਰੇਂਜਡ ਨੇ। ਅਤੇ ਹੁਣ ਜੋ ਐਪੀਡਰਮਸ ਦੀ ਉੱਪਰਲੀ ਲੇਅਰ ਹੈ ਦੈਟ ਇਜ਼ ਕਾਲਡ ਕਿਊਟੀਕਲ। ਕਿਊਟੀਕਲ, the outside of the epidermis is often covered with a waxy thick layer called the cuticle which prevents the loss of water। ਮਤਲਬ ਕਿਊਟੀਕਲ ਦਾ ਕੀ ਕੰਮ ਹੈ? ਜੋ ਅਵੈਪੋਰੇਸ਼ਨ ਦੁਆਰਾ ਪੌਦੇ ਦੇ ਵਿੱਚੋਂ ਪਾਣੀ ਦਾ ਲਾਸ ਹੁੰਦਾ ਹੈ ਉਸ ਨੂੰ ਰੋਕਦੀ ਹੈ। ਬਟ ਕਿਊਟੀਕਲ ਇਜ਼ ਐਬਸੈਂਟ ਇਨ ਰੂਟਸ। ਬਹੁਤ ਸਾਰੇ ਪੌਦਿਆਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਜੋ ਮਤਲਬ ਪੌਦਿਆਂ ਦੇ ਉੱਪਰਲੇ ਲੀਵਸ ਦੇ ਉੱਪਰ ਇੱਕ ਲੇਅਰ ਹੁੰਦੀ ਹੈਗੀ, ਮੋਮ ਵਰਗੀ ਪਰਤ ਹੁੰਦੀ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ? ਕਿਊਟੀਕਲ। ਸਟੂਡੈਂਟਸ, ਨਾਓ ਵੀ ਵਿਲ ਡਿਸਕਸ ਸਟੋਮੈਟਾ। ਤੁਸੀਂ ਛੋਟੀਆਂ ਕਲਾਸਿਸ ਦੇ ਵਿੱਚ ਪਹਿਲਾਂ ਵੀ ਪੜ੍ਹ ਚੁੱਕੇ ਹੋ ਕਿ ਸਟੋਮੈਟਾ ਕੀ ਹੁੰਦੇ ਨੇ, ਪੱਤਿਆਂ ਦੇ ਵਿੱਚ ਪਾਏ ਜਾਂਦੇ ਨੇ। ਇਨ ਗ੍ਰੀਕ the word stoma means mouth. Stomata are structures present in the epidermis of leaves. Each stoma is
composed of two bean-shaped cells known as guard cells. Diagrams ਦੇ ਵਿੱਚ ਦੇਖੋ bean shaped. In grasses the guard cells are dumbbell shaped. ਇਸ diagram 'ਚ ਦੇਖੋ dumbbell shaped ਨੇ ਇਹ. The outer walls of the guard cells away from the stomatal pore are thin and the inner walls towards the stomatal pore are highly thickened. ਇਸ diagram ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਜੋ ਤਾਂ ਆਊਟਰ ਵਾਲਸ ਨੇਗੀਆਂ ਗਾਰਡ ਸੈਲਸ ਦੀਆਂ ਉਹ ਕੀ ਨੇਗੇ ਸਟੋਮੈਟਲ ਪੋਰ ਤੋਂ ਦੂਰ ਨੇ ਔਰ ਉਹ ਕਿਨੇ ਥਿਨ ਨੇ ਐਂਡ ਦ ਇਨਰ ਵਾਲਸ ਟੂਵਰਡਸ ਦ ਸਟੋਮੈਟਲ ਪੋਰ ਉਹਦੇ ਵੱਲ ਨੇ ਜੋ ਦੋ ਆਰ ਹਾਈਲੀ ਥਿਕਨਡ। ਬੇਟਾ ਹੁਣ ਅਸੀਂ ਸਟੋਮੈਟਾ ਦੇ ਫੰਕਸ਼ਨਸ ਬਾਰੇ ਡਿਸਕਸ ਕਰਾਂਗੇ। ਸਟੋਮੈਟਾ ਹੈਜ਼ ਬੀਨ ਐਕਸਚੇਂਜ ਆਫ ਗੈਸਿਸ, ਗੈਸਾਂ ਦੀ ਅਦਲਾ ਬਦਲੀ ਵਿੱਚ ਹੈਲਪ ਕਰਦੇ ਨੇ। ਜਿਸ ਤਰ੍ਹਾਂ ਇਸ ਡਾਇਗਰਾਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਦੋਂ ਕਾਰਬਨ ਡਾਈਆਕਸਾਈਡ ਐਂਟਰ ਹੁੰਦੀ ਹੈ ਤਾਂ ਸਟੋਮੈਟਾ ਓਪਨ ਨੇ, ਜਦੋਂ ਵਾਟਰ ਤੇ ਆਕਸੀਜਨ ਰਿਲੀਜ਼ ਹੁੰਦੇ ਨੇ ਤਾਂ ਸਟੋਮੈਟਾ ਕਲੋਜ਼ ਹੁੰਦੇ ਨੇ। ਅਸੀਂ ਡਿਸਕਸ ਕਰਾਂਗੇ ਦ ਗਾਰਡ ਸੈਲਸ। ਦ ਗਾਰਡ ਸੈਲਸ ਆਰ ਟੂ ਵੀਨ ਸ਼ੇਪਡ ਸੈਲਸ ਦੈਟ ਸਰਾਊਂਡਸ ਅ ਸਟੋਮਾ। ਜਿਸ ਤਰ੍ਹਾਂ ਡਾਇਗਰਾਮ ਦੇ ਵਿੱਚ ਦੇਖ ਰਹੇ ਹੋ ਇਹ ਕੀ ਹੈ ਸਟੋਮਾ, ਤੇ ਉਹ ਜਿਹੜੇ ਉਹ ਇਸ ਦੇ ਆਲੇ ਦੁਆਲੇ ਦੇ ਸੈਲਸ ਨੇ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ guard cells. The guard cells possesses chloroplasts and regulate the opening and closing of stomata. They play a crucial role in photosynthesis by regulating the entry of materials necessary for the process. बेटा ਹੁਣ ਅਸੀਂ डिस्कस करांगे the subsidiary cells. Sometimes a few epidermal cells in the vicinity of the guard cells becomes specialized in their shape and size and known as subsidiary cells. ਜਿਸ ਤਰ੍ਹਾਂ ਤੁਸੀਂ ਇਹ ਦੇਖ ਰਹੇ ਹੋਗੇ ਇਹ ਕੀ ਨੇਗੇ ਸਟੋਮਾ, ਇਸ ਦੇ ਆਲੇ ਦੁਆਲੇ ਨੇ ਗਾਰਡ ਸੈਲਸ, ਬਟ ਜੋ ਇਸ ਦੇ ਗਾਰਡ ਸੈਲਸ ਦੇ ਆਲੇ ਦੁਆਲੇ ਦੇ ਸੈੱਲ ਤੁਹਾਨੂੰ ਦਿਖਾਈ ਦੇ ਰਹੇ ਨੇਗੇ ਇਹ ਸਬਸਿਡਰੀ ਸੈਲਸ ਨੇ, ਬਟ ਇਹਨਾਂ ਦੀ ਸ਼ੇਪ ਤੇ ਸਟਰਕਚਰ ਉਹ ਸਪੈਸ਼ਲਾਈਜ਼ਡ ਹੋ ਗਈ, ਇਸ ਲਈ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਸਬਸਿਡਰੀ ਸੈਲਸ। Now next is stomatal apparatus. The stomatal aperture, guard cells and the surrounding subsidiary cells are together called stomatal apparatus. ਜਿਸ ਤਰ੍ਹਾਂ ਡਾਇਗਰਾਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੋ ਤੁਹਾਨੂੰ ਇਹ ਪੋਰ ਦਿਖਾਈ ਦੇ ਰਿਹਾ it is called stomatal aperture. ਇਹ ਜੋ cells ਨੇ that is called guard cells. ਇਹ ਸਬਸਿਡਰੀ ਸੈਲਸ ਮਤਲਬ ਸਬਸਿਡਰੀ ਸੈਲਸ ਸਟੋਮੈਟਲ ਅਪਰਚਰ ਤੇ ਗਾਰਡ ਸੈਲਸ ਮਿਲ ਕੇ ਸਟੋਮੈਟਲ ਅਪਰੇਟਸ ਬਣਾਉਂਦੇ ਨੇ। root hair, the cells of epidermis bear a number of hairs. The root hairs are unicellular elongations of the epidermal cells. ਕਿਤੋਂ ਬਣੇ ਨੇ ਇਹ ਐਪੀਡਰਮਲ ਸੈਲਸ ਤੋਂ। ਜਿਸ ਤਰ੍ਹਾਂ ਡਾਇਗਰਾਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਰੂਟਸ ਦੇ ਉੱਪਰ ਧਾਗੇ ਵਰਗੀ ਰਚਨਾਵਾਂ ਥ੍ਰੈਡ ਲਾਈਕ ਸਟਰਕਚਰਸ ਨੇਗੀਆਂ ਇਟ ਇਜ਼ ਕਾਲਡ ਰੂਟ ਹੇਅਰਸ। ਵਟ ਇਜ਼ ਦ ਫੰਕਸ਼ਨ ਆਫ ਰੂਟ ਹੇਅਰਸ? ਦੇ ਅਬਜ਼ੌਰਬ ਵਾਟਰ ਐਂਡ ਮਿਨਰਲਸ ਫਰੋਮ ਦ soil. Trichomes. On the stem the epidermal hairs are called trichomes. ਡਾਇਗਰਾਮ ਦੇ ਵਿੱਚ ਦੇਖੋ ਜੋ ਇਹ ਹੇਅਰਸ ਵਰਗੀਆਂ ਰਚਨਾਵਾਂ ਨੇਗੀਆਂ ਸਟੈਮ ਦੇ ਉੱਪਰ ਉਹਨਾਂ ਨੂੰ ਕੀ ਕਹਿੰਦੇ ਨੇ ਟ੍ਰਾਈਕੋਮਸ। The trichomes in the shoot system are usually multicellular. They may be branched or unbranched and soft or stiff. ਜੇ ਇਹ ਟ੍ਰਾਈਕੋਮਸ ਨੇ ਉਹ ਬ੍ਰਾਂਚਡ ਵੀ ਹੋ ਸਕਦੇ ਨਹੀਂ ਵੀ ਹੋ ਸਕਦੇ ਨੇ, ਉਹ ਸੌਫਟ ਵੀ ਹੋ ਸਕਦੇ ਨੇ ਤੇ ਸਟਿਫ ਵੀ ਹੋ ਸਕਦੇ ਨੇ। ਹੁਣ ਇਹਨਾਂ ਦਾ ਫੰਕਸ਼ਨ ਕੀ ਹੈ, ਇਹਨਾਂ ਨੂੰ ਪੌਦੇ ਨੂੰ ਕੀ ਫਾਇਦਾ ਹੈਗਾ ਟ੍ਰਾਈਕੋਮਸ ਦਾ? The function is to prevent water loss due to transpiration. Next type of tissue system is the ground tissue system. All tissues except epidermis and vascular bundles constitute ground tissue. Ground tissue synthesizes organic compounds and provides support to the plant. In some cases, the ground tissue also store food in the form of starch.
बेटा द ग्राउंड टिश्यू सिस्टम इज मेड अप ऑफ पेरेन्काइमा टिश्यू, कोलनकाइमा टिश्यू एंड स्क्लेरेन्काइमा टिश्यू. Parenchyma cells found in the ground tissue have not completely lost their ability to divide. उन्हां विच जिहड़ी डिवीजन की एबिलिटी है पूरी तरह खत्म नहीं होंदी, डिवीजन चलती रहती है. Most of the plants metabolism takes place in these cells. Parenchyma cells in the leaves perform photosynthesis. इन्हां cells ਦੇ ਵਿੱਚ ਕੀ ਹੁੰਦੀ ਹੈ? photosynthesis ਹੁੰਦੀ ਹੈ. They contain a large central vacuole and its cytoplasm forms a thin layer adjacent to the cell wall. सी जिहड़ी cell wall हैगी thin ਹੁੰਦੀ ਹੈ, ज़्यादा पतली ਹੁੰਦੀ है. The cell wall of these cells is composed of cellulose. Cell wall किस दी बनी हैगी? Cellulose दी. Mostly without any other deposited, मतलब ज़्यादा इस दे विच की पाई जाती है? cell wall विच cellulose ही पाई जाती है. Parenchymatous cells are usually present in cortex, pericycle, pith and medullary rays, in the primary stem and roots. डायग्राम ਦੇ ਵਿੱਚ ਤੁਸੀਂ ਦੇਖੋ ਇਹ ਕੀ ਹੈ? ਨਿਊਕਲੀਅਸ, ਪਿਟਸ, ਵੈਕਿਊਲ ਐਂਡ ਜੋ ਇਹਨਾਂ ਦੋਨਾਂ ਦੇ ਵਿਚਕਾਰ ਜਗ੍ਹਾ ਉਸ ਨੂੰ ਕੀ ਕਿਹਾ ਜਾਂਦਾ ਹੈ? ਇੰਟਰਾਸੈਲੂਲਰ 에ਅਰ ਸਪੇਸ. Mesophyll. In leaves, the ground tissue consists of thin-walled chloroplast containing cells and is called mesophyll. डायग्राम ਦੇ ਵਿੱਚ ਤੁਹਾਨੂੰ ਇਹ mesophyll ਦਿਖਾਈ ਦੇ ਰਿਹਾ ਹੈ. Collenchyma. Collenchymatous cells are longer than parenchymatous cells. It is living mechanical tissue found beneath the epidermis of herbaceous dicot stem. ਇਹ ਕਿੱਥੇ ਮਿਲਦੇ ਨੇ? ਐਪੀਡਰਮਸ ਦੇ ਨੀਚੇ. They help support the plants without restraining their growth. The intercellular spaces in this tissue are absent. ਇੱਕ ਦੂਸਰੇ ਦੇ ਨਾਲ ਜੁੜੇ ਹੁੰਦੇ ਨੇ ਸੈੱਲ, ਉਹਨਾਂ ਵਿੱਚ ਕੋਈ ਖਾਲੀ ਜਗ੍ਹਾ ਨਹੀਂ ਹੁੰਦੀ. Collenchyma cells along with sclerenchyma cells have a supporting function and are together called chlorenchyma. Collenchyma ਤੇ sclerenchyma ਦੋਨਾਂ ਨੂੰ ਮਿਲਾ ਕੇ ਅਸੀਂ ਕੀ ਆਖਦੇ ਹਾਂਗੇ? chlorenchyma. Due to pectin in the cell wall, chlorenchyma can hold large amount of water. ਇਹਨਾਂ ਦਾ ਫੰਕਸ਼ਨ ਕੀ ਹੈਗਾ ਕਿ ਇਹ ਪੈਕਟਿਨ ਦੇ ਬਣੇ ਹੁੰਦੇ ਨੇ. ਇਹਨਾਂ ਦੀ ਜਿਹੜੀ ਸੈੱਲ ਵਾਲ ਹੈ ਇਹ ਆਪਣੇ ਇਹਨਾਂ ਦੇ ਵਿੱਚ ਕਪੈਸਿਟੀ ਹੁੰਦੀ ਹੈ ਕਿ ਇਹ ਲਾਰਜ ਅਮਾਊਂਟ ਆਫ ਵਾਟਰ ਨੂੰ ਹੋਲਡ ਕਰਕੇ ਰੱਖ ਸਕਦੇ ਨੇ. Students, as you can see in this diagram, this is cross section and this is a longitudinal section. We can see the intercellular spaces in this tissue are absent because in intercellular spaces at the corner of cell thickening of cellulose and pectin develops, due to which the cell wall becomes rigid and thick corner. Students, sclerenchyma is present in all parts of plant. It is elongated cell with evenly thickened cell wall. जो cell wall है इसकी वो evenly thickened ਹੁੰਦੀ ਹੈ, ਇਹ ਨਹੀਂ ਕਿ ਕਿਤੋਂ ज़्यादा मोटी है ਜਾਂ ਕਿਤੋਂ ज़्यादा पतली है. Into the walls lignin is deposited. lignin ਉਸ ਵਿੱਚ ਇਕੱਠੀ ਹੋ ਜਾਂਦੀ ਹੈ ਤੇ ਜਿਸ ਦੇ ਕਾਰਨ which causes the death of the cell. Sclerenchyma provides an inflexible support unlike collenchyma which provides flexible support. Sclerenchyma ਜਿਹੜਾ ਪਲਾਂਟ ਨੂੰ inflexible support ਦਿੰਦਾ ਹੈ, collenchyma flexible support ਦਿੰਦਾ ਹੈ. The two main types are the sclerenchyma fiber and the sclerids. डायग्राम ਦੇ ਵਿੱਚ ਦੇਖੋ ਬੱਚਿਓ, sclerenchyma टिशू, जो टिशू ने उन्होंने विचकार ये जो खाली जगह है ये क्रॉस सैक्शन दे विच है, ये लॉन्गीट्यूडनल सैक्शन दे विच तुहानूं ये की दिखाई दिंदे ने कि
ल्यूमन। हुण असी पेरेनकाइमा टिशू पढ़िया, कोलनकाइमा टिशू पढ़िया, स्क्लेरनकाइमा टिशू पढ़िया। असी डिस्कस करते हैं कि व्हाट इज़ द डिफरेंस बिटवीन द पेरेनकाइमा, कोलनकाइमा एंड स्क्लेरनकाइमा। पेरेनकाइमा की जो सैल वॉल है वो की है, थिन है। कोलनकाइमा की सैल वॉल अनईवन थिकनिंग, अनईवन है, कितों मोटी है कितों पतली है, इक्को जी नहीं, बराबर नहीं है। द सैल वॉल थिकन विद पैक्टिन एंड सैलूलोज। जिहड़ी सैल वॉल है ये किस तो बनी है, पैक्टिन ते सैलूलोज की। स्क्लेरनकाइमा दे विच तुसीं देखो डायग्राम दे विच जो सैल वॉल है वो सारी जगह ते बराबर बराबर है, ना ये नहीं कि मोटी पतली नहीं, बराबर बराबर है। ईवन थिकनिंग ऑफ सैल वॉल, वॉल थिकन विद लिग्निन, किसकी बनी हुई है ये, लिग्निन दी। नैक्सट है साडे कोले द वैस्कुलर टिशू सिस्टम। असी दो पहला टिशू सिस्टम डिस्कस कर चुके हैं। थर्ड वन इज द वैस्कुलर टिशू सिस्टम। द वैस्कुलर टिशू सिस्टम इज रिस्पॉन्सिबल फॉर ट्रांसपोर्टिंग वाटर, मिनरल्स एंड फूड अक्रॉस द प्लांट। इसका की काम है बेटा, ट्रांसपोर्ट का काम करता है, ढोआ ढोई का काम करता है, किसनों, वाटर नूं, मिनरल्स ते फूड नूं पौधे के ਵੱਖ-ਵੱਖ हिस्सों में पहुँचाता है। जाइलम, फ्लोएम एंड कैम्बियम आर द मेजर पार्ट्स ऑफ वैस्कुलर बंडल। विद्यार्थियों, वैस्कुलर सिस्टम consists of complex tissues, the phloem and the xylem. The xylem and phloem together constitute वैस्कुलर बंडल्स। जाने कि जो वैस्कुलर बंडल है उस विच दोनों कंपलैक्स टिशू पाए जाएंगे, फ्लोएम अते जाइलम। एलिमेंट्स ऑफ वैस्कुलर बंडल। फर्स्ट ऑफ ऑल जाइलम, द वाटर कंडक्टिंग टिशू of the plants. It transport water from the roots to the tip of the leaves and stem. जो जाइलम टिशू है यह पानी नूं रूट्स तो लैके लीव्स के पौधे के ਵੱਖ-ਵੱਖ हिस्सों के विच पहुँचाता है। फ्लोएम, द कंडक्टिंग टिशू रिस्पॉन्सिबल फॉर ट्रांसपोर्ट ऑफ ऑर्गेनिक फूड इन द प्लांट्स। जो लीव्स के विच फूड बनता है उसनों फ्लोएम प्लांट्स के ਵੱਖ-ਵੱਖ हिस्सों में डिस्ट्रीब्यूट करता है। कैम्बियम, अ थिन स्ट्राइप ऑफ प्राइमरी मेरिस्टेम प्रेजेंट इन बिटवीन द जाइलम एंड फ्लोएम इन डाइकोटिलेडोनस स्टेम्स। यह जाइलम ते फ्लोएम के विचकार पाया जाता है हिस्सा, उसनों कहा जाता है कैम्बियम। बेटा डायग्राम दे विच तुसी ये देख रहे हो जाइलम टिशू, ये ने फ्लोएम टिशू। हुण जो जाइलम टिशू ने उन्होंने की फंक्शन है, दे फंक्शंस एज अ कंडक्टिंग टिशू फॉर वाटर एंड मिनरल्स फ्रॉम रूट्स टू द स्टेम एंड लीव्स। हुण फ्लोएम का की काम है, फ्लोएम ट्रांसपोर्ट्स फूड मटीरियल यूजली फ्रॉम लीव्स टू अदर पार्ट्स ऑफ द प्लांट। द जाइलम एंड फ्लोएम together constitute vascular bundles. The vascular bundles is of two types, radial and conjoint. Now conjoint is of two types again, conjoint closed and conjoint open type. Radial vascular bundles, when xylem and phloem within a vascular bundle are arranged in an alternate manner on different radii, the arrangement is called radial. जिस तरह की एग्जाम्पल की है रूट्स, तो डायग्राम के तुसीं देख रहे हो ये अलग अलग रेडियस के विच पाए जाते हैं। ये किने ने जाइलम टिशू एंड फ्लोएम टिशू, बट दे आर इन डिफरेंट रेडियाई। conjoint vascular bundles, in conjoint type of vascular bundles the xylem and phloem are situated at the same radius of vascular bundle. इन्हां दा radius की है same. The conjoint vascular bundles usually have the phloem located only on the outer side of xylem, for example stems, leaves.
ਹੁਣ ਅਸੀਂ ਇਹਨਾਂ ਦੋਨਾਂ ਦਾ ਡਿਫਰੈਂਸ ਦੇਖਾਂਗੇ ਕਿ ਓਪਨ ਕੰਜੁਆਇੰਟ ਵੈਸਕੂਲਰ ਬੰਡਲ ਤੇ closed vascular bundles. First of all, we will discuss open conjoint vascular bundles. Vascular bundles due to the presence of cambium, ਇਸ ਦੇ ਵਿੱਚ ਬੇਟਾ ਕੀ ਪਾਈ ਜਾਂਦੀ ਹੈ ਕਿ ਕੈਂਬੀਅਮ। ਤੁਸੀਂ ਯਾਦ ਰੱਖਣਾ ਹੈ ਕਿ ਜਿਸ ਦੇ ਵਿੱਚ ਕੈਂਬੀਅਮ ਪਾਈ ਜਾਂਦੀ ਹੈਗੀ that is called open conjoint vascular bundle. It possesses the ability to form secondary xylem and phloem tissues and hence are called open vascular bundle. For example, dicotyledonous stems मतलब ਇਹ dicotyledonous stems ਦੇ ਵਿੱਚ ਪਾਈ ਜਾਂਦੀ। ਨੈਕਸਟ ਹੈ closed conjoint vascular bundle। ਜਿਸ ਤਰ੍ਹਾਂ ਅਸੀਂ ਪਹਿਲਾਂ ਦੇ ਵਿੱਚ ਦੇਖਿਆ ਕਿ ਉੱਥੇ ਕੀ ਸੀ ਕੈਂਬੀਅਮ ਪ੍ਰੈਜ਼ੈਂਟ ਸੀ ਬਟ the vascular bundles have no cambium present in them. ਇਸ ਡਾਇਗਰਾਮ ਦੇ ਵਿੱਚ ਦੇਖੋ cambium present ਨਹੀਂ ਹੈ, hence since they do not form secondary tissues they are referred to as closed. ਐਗਜ਼ਾਮਪਲ ਹੈ ਮੋਨੋਕੋਟਿਲਿਡਨਸ। ਤੁਸੀਂ ਇਹ ਯਾਦ ਰੱਖਣਾ ਹੈ ਕਿ ਜਿਸ ਵਿੱਚ ਕੈਂਬੀਅਮ ਪਾਈ ਜਾਂਦੀ ਹੈ that is open conjoint vascular bundles ਅਤੇ ਜਿਸ ਵਿੱਚ ਕੈਂਬੀਅਮ ਨਹੀਂ ਪਾਈ ਜਾਂਦੀ that is closed conjoint vascular bundles। ਵਿਦਿਆਰਥੀਓ ਹੁਣ ਅਸੀਂ ਟਿਸ਼ੂ ਸਿਸਟਮ ਦੇ ਸੰਬੰਧ ਵਿੱਚ ਜੋ ਟੌਪਿਕ ਡਿਸਕਸ ਕੀਤਾ ਬੇਟਾ ਉਸ ਦੀ ਕੁਝ ਕੁ ਕੁਐਸਚਨ ਨੇ ਜਿਨ੍ਹਾਂ ਨੂੰ ਜੇ ਅਸੀਂ ਧਿਆਨ ਨਾਲ ਦੇਖਾਂਗੇ ਰਿਵਾਈਜ਼ ਕਰਾਂਗੇ ਤਾਂ ਤੁਹਾਡੇ ਟੌਪਿਕ ਹੈ ਹੋਰ ਅੱਛੀ ਤਰ੍ਹਾਂ ਰੀਮਾਈਂਡ ਹੋਊਗਾ, ਤੁਹਾਨੂੰ ਕੁਐਸਚਨਸ ਦੇ ਥਰੂ ਜ਼ਿਆਦਾ ਅੱਛੀ ਤਰ੍ਹਾਂ ਸਮਝ ਲੱਗਣੀ ਹੈ। ਤਾਂ ਫਸਟ ਆਫ ਆਲ ਕੁਐਸਚਨ ਹੈ ਨੇਮ ਦਾ 3 ਟਾਈਪਸ ਆਫ ਟਿਸ਼ੂ ਸਿਸਟਮਸ। ਆਂਸਰ ਹੈ ਬੇਟਾ एपिडर्मल, ग्राउंड एंड वेस्कुलर टिश्यू सिस्टम्स। सेकंड क्वेश्चन है वेस्कुलर बंडल्स हैविंग कैम्बियम आर नोन एज। बेटा यही एक फिलअप है कि वेस्कुलर बंडल्स हैविंग कैम्बियम आर नोन एज ओपन वेस्कुलर बंडल्स। नेक्स्ट क्वेश्चन है थर्ड नेम द वेस्कुलर बंडल ऑफ अ मोनोकॉट रूट। बेटा इसका आंसर है क्लोज्ड conjoint vascular bundles। बेटा फोर्थ क्वेश्चन है आइडेंटिफाई द पार्ट labeled as D in the diagram given below। अपने को एक डायग्राम है जिस विच तुहानूं अलग-अलग पार्ट्स दिखाई दे रहे हैं बट तुसीं पार्ट डी तो दसना है कि यह किस हिस्से नूं दस रहा है इसदे नूं। तो इसका आंसर है सबसिडरी सैल्स। जे तुहानूं याद होवे कि चैप्टर दे विच असीं सबसिडरी सैल्स बारे भी पढ़िया सी। व्हाट इज सबसिडरी सैल्स? एपीडर्मल सैल्स नियर द गार्ड सैल्स बिकम स्पैशलाइज्ड इन देयर शेप एंड साइज। उन्होंने असीं की कहेंगे सबसिडरी सैल्स। क्वेश्चन नंबर 5 नैक्सट क्वेश्चन है साडे कोले वट इज स्ट्रोमेटा। स्ट्रोमेटा आर टाइनी पोर्स फाउंड इन द एपिडर्मस ऑफ लीव्स एंड स्टेम्स। मैनूं लगदा है कि तुहाडे लई काफ़ी सौखा क्वेश्चन सी जिसका तुसीं आराम नाल आंसर दे सकदे सी। स्ट्रोमेटा तुहानूं फंक्शनस भी पता ने कि यह गैसियस एक्सचेंज दे विच हैल्प करता प्लांट्स की। सिक्स्थ क्वेश्चन है बेटा अपना एंड डिफरेंशिएट बिटवीन रूट हेयर्स एंड ट्राइकोम्स। तो इसका आंसर है रूट हेयर्स आर यूनिसेलुलर एंड हेल्प इन अब्सॉर्प्शन ऑफ वाटर एंड मिनरल्स फ्रॉम सॉयल। जिहड़े रूट हेयर्स ने प्लांट्स की हेल्प करते हैं अब्सॉर्प्शन दे विच वाटर ते मिनरल्स कित्थों लैंदे ने सॉयल दे विचों। whereas trichomes are multicellular and they help in retarding the rate of transpiration। trichomes ने जिहड़े ओह rate of transpiration नूं घटाउंदे ने। बेटा ये इन्हां दोनों का डिफरेंस है रूट हेयर्स अते ट्राइकोम्स का। नैक्सट क्वेश्चन है 7th क्वेश्चन वट इज़ मीजोफिल। जे तुहानूं याद होवे डायग्राम दे विच तुसीं देखिया सी मीजोफिल्स। इसका आंसर है
The ground tissue consists of thin-walled chloroplast containing cells in the leaves is called mesophyll. कित्थे पाए जाते हैं ये लीव्स दे विच। बेटा नैक्सट 8th क्वेश्चन है वट आर द फंक्शनस ऑफ जाइलम एंड फ्लोएम। ਅਸੀਂ ਇਸ ਕੁਐਸਚਨ ਦੇ ਵਿੱਚ ਡਿਸਕਸ ਕਰਾਂਗੇ ਕਿ ਜਾइलम ਤੇ ਫਲੋएम ਦੇ ਕੀ ਕੰਮ ਨੇ, ਕੀ ਫੰਕਸ਼ਨ ਪਰਫਾਰਮ ਕਰਦਾ ਹੈ ਉਹ ਪਲਾਂਟਸ ਦੇ ਵਿੱਚ। ਫਸਟ ਆਫ ਆਲ जाइलम द वाटर कंडक्टिंग टिश्यू in the plants, it transport water from the roots to the tip of the leaves and to stems। बेटा जिस तरह तुसी सोचते हो कि टिप जो कि सॉयल ਜਿਹੜੀ रूट है वो की है कि सॉयल ਦੇ ਵਿੱਚ ਹੁੰਦੀ ਹੈ ਤੇ ਉੱਥੋਂ ਪਾਣੀ ਜਿਹੜਾ ਵਾਟਰ ਹੈ ਜਾਂ ਮਿਨਰਲਸ ਨੇ ਉਹ ਪਲਾਂਟਸ ਦੇ ਟਿਪ ਤੱਕ ਕਿਸ ਤਰ੍ਹਾਂ ਪਹੁੰਚਦੇ ਹੋਣਗੇ, ਪਲਾਂਟਸ ਦੇ ਡਿਫਰੈਂਟ ਪਾਰਟਸ ਤੱਕ ਕਿਸ ਤਰ੍ਹਾਂ ਪਹੁੰਚਦਾ ਹੈ ਵਾਟਰ ਤੇ ਮਿਨਰਲਸ। ਤਾਂ ਬੇਟਾ ਉਹ ਜਾइलम ਟਿਸ਼ੂ ਹੀ ਨੇ ਜੋ ਉਸ ਨੂੰ ਪਲਾਂਟਸ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾਉਣ ਵਿੱਚ ਹੈਲਪ ਕਰਦੇ ਨੇ। ਹੁਣ ਹੈ ਸਾਡੇ ਕੋਲੇ ਫਲੋएम ਟਿਸ਼ੂ। ਫਲੋएम ਦਾ ਕੀ ਕੰਮ ਹੈ? ਦ ਕੰਡਕਟਿੰਗ ਟਿਸ਼ੂ ਰਿਸਪੋਂਸੀਬਲ ਫਾਰ ਟਰਾਂਸਪੋਰਟ ਆਫ ਆਰਗੈਨਿਕ ਫੂਡ ਮਟੀਰੀਅਲ ਇਨ ਦਾ ਪਲਾਂਟਸ। ਜਿਸ ਤਰ੍ਹਾਂ जाइलम ਸਪਲਾਈ ਕਰ ਰਿਹਾ ਹੈਗਾ ਪਲਾਂਟਸ ਦੇ ਡਿਫਰੈਂਟ ਪਾਰਟਸ ਦੇ ਵਿੱਚ ਵਾਟਰ ਨੂੰ, ਉਸੇ ਤਰ੍ਹਾਂ ਜਿਹੜਾ ਫਲੋएम ਹੈ ਜੋ ਫੂਡ ਮਟੀਰੀਅਲ ਤਿਆਰ ਹੁੰਦਾ ਲੀਵਸ ਦੇ ਵਿੱਚ, ਉਸ ਆਰਗੈਨਿਕ ਫੂਡ ਮਟੀਰੀਅਲ ਨੂੰ ਫਲੋएम ਪਲਾਂਟਸ ਦੇ ਡਿਫਰੈਂਟ ਪਾਰਟਸ ਤੱਕ ਸਪਲਾਈ ਕਰਨਾ ਦਾ ਕੰਮ ਕਰਦਾ ਹੈ। ਹੁਣ ਬੇਟਾ ਇਹ ਆਪਣਾ ਲਾਸਟ ਕੁਐਸਚਨ ਸੀ ਇਸ ਦੀ ਰਿਵੀਜ਼ਨ ਦੇ ਵਿੱਚ, ਤੇ ਮੈਨੂੰ ਉਮੀਦ ਹੈ ਕਿ ਤੁਹਾਡੇ ਲਈ ਇਹ ਟੌਪਿਕ ਦਾ ਟਿਸ਼ੂ ਸਿਸਟਮ ਅਗਲੀ ਸਟੱਡੀ ਦੇ ਵਿੱਚ ਕਾਫੀ ਹੈਲਪਫੁਲ ਹੋਊਗਾ। ਧੰਨਵਾਦ।